ਹੈਲੋ एवरीवन। ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬੀ ਗ੍ਰਾਮਰ ਦੀ ਇੱਕ ਅਲੱਗ ਤੋਂ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ਪੰਜਾਬੀ ਗ੍ਰਾਮਰ ਦੇ ਸਾਰੇ ਹੀ ਟੌਪਿਕਸ ਨੂੰ ਪੂਰੀ ਡਿਟੇਲ ਦੇ ਨਾਲ ਕਰ ਰਹੇ ਹਾਂ ਵਿਦ ਐਮਸੀਕਿਊ। ਸੋ ਫਸਟਲੀ ਆਪਾਂ ਥਿਊਰੀ ਨੂੰ ਡਿਸਕਸ ਕਰਦੇ ਹਾਂ। ਆਫਟਰ ਦੈਟ ਆਪਾਂ ਦੇਖਦੇ ਹਾਂ ਕਿ ਉਸ ਥਿਊਰੀ ਦੇ ਵਿੱਚੋਂ ਐਗਜ਼ਾਮੀਨਰ ਕੁਐਸਚਨਸ ਕਿਵੇਂ ਫਾਰਮ ਕਰਦਾ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਐਗਜ਼ਾਮ ਦੇ ਵਿੱਚ ਜੋ ਕੁਐਸਚਨਸ ਪੁੱਛੇ ਗਏ ਨੇ ਉਹ ਕਿਸ ਟਾਈਪ ਦੇ ਪੁੱਛੇ ਗਏ ਨੇ। ਸੋ ਇਹਦੇ ਨਾਲ ਕੀ ਹੋ ਜਾਂਦਾ ਹੈ, ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਕਿ ਜਸਟ ਥਿਓਰੀ ਦੇਖੋ, ਕਦੇ ਵੀ ਉਹ ਐਗਜ਼ਾਮ ਕਲੀਅਰ ਕਰਨ ਦੇ ਲਈ ਇਹ ਫੰਡਾ ਸਹੀ ਨਹੀਂ ਹੈ ਕਿ ਜਸਟ ਤੁਸੀਂ ਥਿਓਰੀ ਨੂੰ ਹੀ ਰੱਟੇ ਲਗਾਈ ਜਾਓ ਜਾਂ ਤੁਸੀਂ ਇਕੱਲੇ ਐਮਸੀਕਿਊ ਕਰੀ ਜਾਓ। ਤੁਹਾਨੂੰ ਕੀ ਲੋੜ ਕੀ ਹੈ, ਕਿਸੇ ਵੀ ਐਗਜ਼ਾਮ ਨੂੰ ਕਲੀਅਰ ਕਰਨਾ ਹੈ ਅਗਰ ਤੁਸੀਂ, ਤਾਂ ਉਹ ਕਿਸੇ ਵੀ ਸਬਜੈਕਟ ਦੇ ਥਿਓਰੀ ਪਲੱਸ ਐਮਸੀਕਿਊ ਕਰਨਾ ਬੈਸਟ ਕੰਸੈਪਟ ਹੈ। ਕਿਉਂ? ਕਿਉਂਕਿ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗੇਗਾ ਕਿ ਇਸ ਥਿਓਰੀ ਦੇ ਵਿੱਚੋਂ ਜੋ ਐਮਸੀਕਿਊਜ਼ ਨੇ ਉਹ ਐਗਜ਼ਾਮੀਨਰ ਵੱਲੋਂ ਕਿਵੇਂ, ਕਿਸ ਵੇ ਦੇ ਨਾਲ, ਕਿਸ ਢੰਗ ਦੇ ਨਾਲ ਪੁੱਟ ਕੀਤੇ ਜਾਣਗੇ, ਉਹਨਾਂ ਟਾਈਮ ਤੁਸੀਂ ਕਦੇ ਵੀ ਇੱਕ ਅੱਛੇ ਤਰੀਕੇ ਦੇ ਨਾਲ ਐਗਜ਼ਾਮ ਨੂੰ ਟੈਕਲ ਨਹੀਂ ਕਰ ਸਕੋਗੇ। ਸੋ ਆਪਾਂ ਉਹੀ ਚੀਜ਼ ਨੂੰ ਲੈ ਕੇ ਚੱਲਿਆਂਗੇ। ਫਸਟਲੀ ਆਪਾਂ ਕਿਸੇ ਵੀ ਟੌਪਿਕ ਦੀ ਥਿਊਰੀ ਕਰਦੇ ਹਾਂ, ਆਫਟਰ ਦੈਟ ਆਪਾਂ ਉਸ ਟੌਪਿਕ ਦੇ ਵਿੱਚੋਂ ਕਿਸ ਤਰੀਕੇ ਦੇ ਪਿਛਲੇ ਸਾਲਾਂ ਦੇ ਵਿੱਚ ਐਮਸੀਕਿਊ ਆਏ ਹੋਏ ਨੇ ਤੇ ਫਰਦਰ ਤੁਹਾਡੇ ਐਗਜ਼ਾਮਸ ਦੇ ਵਿੱਚ ਆ ਸਕਦੇ ਨੇ। ਸੋ ਆਪਾਂ ਸਟਾਰਟ ਕਰਦੇ ਹਾਂ। ਦੇਖੋ, ਪਹਿਲਾਂ ਆਪਾਂ ਨਾਂਵ, ਪੜ੍ਹਨਾਂਵ ਤੇ ਵਿਸ਼ੇਸ਼ਣ ਤਿੰਨੋਂ ਦੇ ਤਿੰਨੋਂ ਕਨਸੈਪਟਸ ਨੂੰ ਪੂਰੀ ਡਿਟੇਲ ਦੇ ਨਾਲ ਵਿਦ ਐਮਸੀਕਿਊ ਕਰ ਚੁੱਕੇ ਹਾਂ। ਅੱਜ ਆਪਣਾ ਜੋ ਰਹੇਗਾ ਉਹ ਰਹੇਗਾ ਕਿਰਿਆ। ਦੇਖੋ, ਪੰਜਾਬੀ ਦਾ ਮੋਸਟ ਇੰਪੋਰਟੈਂਟ ਤੇ ਬਹੁਤ ਹੀ ਇੱਕ ਕਹਿ ਦੋ ਕਿ ਕੋਰ ਪੁਆਇੰਟ ਹੈ ਕਿਹਦੇ ਲਈ, ਐਗਜ਼ਾਮੀਨਰ ਦੇ ਲਈ, ਜਿੱਥੋਂ ਪੰਜਾਬੀ ਗ੍ਰਾਮਰ ਦੇ ਵਿੱਚ ਕੁਐਸਚਨ ਚੱਕਦਾ ਹੈ। ਸੋ ਕਿਰਿਆ ਕੀ ਹੁੰਦੀ ਹੈ? ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਰਿਆ, ਦੇਖੋ ਕਿਰਿਆ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਕੁਝ ਦੱਸ ਦੇਣਾ ਚਾਹੁੰਦੀ ਹਾਂ। ਦੇਖੋ, ਤੁਸੀਂ ਦੇਖਿਆ ਹੋਏਗਾ, ਜਦੋਂ ਵੀ ਤੁਸੀਂ ਇਹ ਚੀਜ਼ ਨੂੰ ਦੇਖਿਆ ਹੋਏਗਾ, ਕੀਤਾ ਹੋਏਗਾ, ਪੰਜਾਬੀ ਦੇ ਵਿੱਚ ਦੇਖੋ, ਪੰਜਾਬੀ ਨੂੰ ਛੱਡੋ, ਮੋਸਟ ਆਫ ਬੱਚੇ ਕੀ ਜਦੋਂ ਟੈਂਸ ਸਿੱਖਦੇ ਆ, ਇੰਗਲਿਸ਼ ਦਾ ਬਹੁਤ ਬੱਚਿਆਂ ਨੂੰ ਫੋਬੀਆ ਹੁੰਦਾ ਤੇ ਜਦੋਂ ਟੈਂਸ ਸਿੱਖਦੇ ਆ ਤਾਂ ਉਦੋਂ ਇੱਕ ਚੀਜ਼ ਸਿੱਖਦੇ ਆ, ਸਬਜੈਕਟ। ਕਿਸੇ ਵੀ ਸੈਂਟੈਂਸ ਦੇ ਵਿੱਚ ਇੱਕ ਸਬਜੈਕਟ ਹੁੰਦਾ ਹੈ ਪਲੱਸ ਵਰਬ ਤੇ ਪਲੱਸ ਕੀ ਹੁੰਦਾ ਹੈ, ਆਬਜੈਕਟ ਹੁੰਦਾ ਹੈ। ਤਿੰਨ ਚੀਜ਼ਾਂ ਹੁੰਦੀਆਂ ਨੇ, ਸਬਜੈਕਟ, ਵਰਬ ਤੇ ਆਬਜੈਕਟ। ਉਸੇ ਚੀਜ਼ ਨੂੰ ਆਪਾਂ ਇੰਪਲੀਮੈਂਟ ਕਰਦੇ ਆਪਣੇ ਪੰਜਾਬੀ ਦੇ ਵਿੱਚ। ਪੰਜਾਬੀ ਦਾ ਵੀ ਜਦੋਂ ਕੋਈ ਆਪਾਂ ਸੈਂਟੈਂਸ ਲਿਖਦੇ ਆ, ਉਹਦੇ ਵਿੱਚ ਵੀ ਇਹ ਤਿੰਨੋਂ ਹੀ ਚੀਜ਼ਾਂ ਹੁੰਦੀਆਂ, ਇੱਕ ਸਬਜੈਕਟ ਹੁੰਦਾ, ਇੱਕ ਵਰਬ ਹੁੰਦੀ ਹੈ ਤੇ ਇੱਕ ਕੀ ਹੁੰਦਾ ਹੈ, ਆਬਜੈਕਟ। ਅਗਰ ਪੰਜਾਬੀ ਦੇ ਵਿੱਚ ਗੱਲ ਕੀਤੀ ਜਾਵੇ, ਜੋ ਸਬਜੈਕਟ ਹੋਏਗਾ ਉਹ ਕੀ ਹੋਏਗਾ, ਕਰਤਾ। ਠੀਕ ਹੈ ਜੀ। ਤੇ ਵਰਬ ਕੀ ਹੋਏਗੀ, ਕਿਰਿਆ ਹੋਏਗੀ, ਤੇ ਆਬਜੈਕਟ ਕੀ ਹੋਏਗਾ, ਕਰਮ। ਹੁਣ ਇਹਨੂੰ ਕੱਲੇ ਕੱਲੇ ਨੂੰ ਆਪਾਂ ਇੱਕ ਇੱਕ ਲੈਕਚਰ ਦੇ ਵਿੱਚ ਐਕਸਪਲੇਨ ਕਰਾਂਗੇ, ਬਟ ਉਸ ਤੋਂ ਪਹਿਲਾਂ ਫਰਦਰ ਤੁਹਾਨੂੰ ਪਤਾ ਹੋਣਾ ਚਾਹੀਦਾ, ਇੱਕ ਬੇਸਿਕ ਨੌਲੇਜ ਪਤਾ ਹੋਣੀ ਚਾਹੀਦੀ ਹੈ ਕਿ ਕਰਤਾ ਕੀ ਹੁੰਦਾ ਹੈ। ਕਿਸੇ ਵਾਕ ਦੇ ਵਿੱਚ ਜੋ ਵੀ ਵਿਅਕਤੀ, ਕੋਈ ਜੀਵ ਜਾਂ ਕੋਈ ਵਿਅਕਤੀ ਕੰਮ ਕਰ ਰਿਹਾ ਹੈ, ਜੋ ਕੰਮ ਕਰ ਰਿਹਾ ਹੈ ਉਹ ਕੀ ਹੋਏਗਾ, ਕਰਤਾ ਹੋਏਗਾ। ਜੋ ਕੰਮ ਕੀਤਾ ਜਾ ਰਿਹਾ ਹੈ, ਠੀਕ ਹੈ, ਜਿਵੇਂ ਮੈਂ ਪੁਸਤਕ ਪੜ੍ਹ ਰਹੀ ਹਾਂ, ਕੀ ਕਰ ਰਹੀ ਹਾਂ, ਪੜ੍ਹ ਰਹੀ ਹਾਂ, ਪੜ੍ਹ ਰਹੀ ਹਾਂ। ਜਾਂ ਮੈਂ ਖੇਡ ਰਹੀ ਹਾਂ, ਖੇਡ ਰਹੀ ਹਾਂ। ਜੋ ਵੀ ਕੰਮ ਹੋ ਰਿਹਾ ਹੈ ਉਹ ਕੀ ਹੋਏਗਾ, ਕਿਰਿਆ। ਤੇ ਜਿਸ ਉੱਤੇ ਕੰਮ ਹੋਏਗਾ, ਮੈਂ ਕੀ ਕਰ ਰਹੀ ਹਾਂ, ਮੈਂ ਪੁਸਤਕ ਪੜ੍ਹ ਰਹੀ ਹਾਂ। ਕੰਮ ਕਿਸ ਦੇ ਉੱਤੇ ਹੋ ਰਿਹਾ ਹੈ, ਕੰਮ ਹੋ ਰਿਹਾ ਜੀ ਪੁਸਤਕ ਦੇ ਉੱਤੇ। ਕੰਮ ਕੌਣ ਕਰ ਰਿਹਾ, ਮੈਂ ਕਰ ਰਹੀ ਹਾਂ। ਮੈਂ ਕੀ ਹੋ ਗਈ, ਕਰਤਾ ਹੋ ਗਈ। ਕੀ ਕਰ ਰਹੀ ਹਾਂ, ਮੈਂ ਪੜ੍ਹ ਰਹੀ ਹਾਂ। ਠੀਕ ਹੈ, ਕਿਰਿਆ ਕੀ ਹੋਗੀ, ਪੜ੍ਹ ਰਹੀ ਹਾਂ। ਕੀ ਪੜ੍ਹ ਰਹੀ ਹਾਂ, ਪੁਸਤਕ। ਪੁਸਤਕ ਕੀ ਹੋ ਗਿਆ, ਕਰਮ। ਦੇਖੋ, ਤੁਸੀਂ ਤਿੰਨੋਂ ਚੀਜ਼ਾਂ ਨੂੰ ਧਿਆਨ ਨਾਲ, ਅਗਰ ਇਹ ਤਿੰਨਾਂ ਡੈਫੀਨੇਸ਼ਨਸ ਨੂੰ ਧਿਆਨ ਨਾਲ ਪੜ੍ਹ ਲੋਗੇ, ਤੁਹਾਨੂੰ ਅੱਗੇ ਪੜ੍ਹਨ ਦੀ ਲੋੜ ਨਹੀਂ ਪਏਗੀ। ਕਰਤਾ ਕੀ ਹੋ ਗਿਆ, ਵਾਕ ਦੇ ਵਿੱਚ ਜੋ ਕੰਮ ਨੂੰ ਪਰਫਾਰਮ ਕਰੇਗਾ। ਕਿਰਿਆ ਜੋ ਕੰਮ ਹੋ ਰਿਹਾ, ਤੇ ਕਰਮ ਕੀ ਹੋਏਗਾ ਕਿ ਜਿਸ ਦੇ ਉੱਤੇ ਕੰਮ ਕੀਤਾ ਜਾ ਰਿਹਾ। ਠੀਕ ਹੈ ਜੀ। ਸੋ ਇਸ ਨੂੰ ਦੇਖਦੇ ਹੋਏ ਆਪਾਂ ਸਟਾਰਟ ਕਰਦੇ ਹਾਂ। ਅੱਜ ਫਸਟਲੀ ਆਪਾਂ ਪੜਾਂਗੇ ਕਿਰਿਆ ਬਾਰੇ, ਕਿ ਕਿਰਿਆ ਹੈ ਕੀ ਹੈ। ਆਲਰੇਡੀ ਮੈਂ ਦੱਸ ਚੁੱਕੀ ਹਾਂ ਕਿ ਜਿਸ ਤੋਂ ਕੰਮ ਦੇ ਹੋਣ ਦਾ ਭਾਵ ਪਤਾ ਲੱਗੇ ਉਸਨੂੰ ਕੀ ਕਹਿੰਦੇ ਨੇ, ਕਿਰਿਆ ਕਹਿੰਦੇ ਨੇ। ਕਹਿੰਦੇ ਵਾਕ ਵਿੱਚ ਉਹ ਸ਼ਬਦ, ਕਹਿੰਦੇ ਸੈਂਟੈਂਸ ਦੇ ਵਿੱਚ ਉਹ ਸ਼ਬਦ ਜਿਨ੍ਹਾਂ ਤੋਂ ਕੰਮ ਦੇ ਹੋਣ ਬਾਰੇ, ਉਸਦੇ ਵਾਪਰਨ ਬਾਰੇ, ਉਸਦੇ ਕੀਤੇ ਜਾਣ ਬਾਰੇ, ਕੋਈ ਕੰਮ ਹੋ ਰਿਹਾ ਉਸਦੇ ਵਾਪਰਨ ਬਾਰੇ, ਉਸਦੇ ਕੀਤੇ ਜਾਣ ਬਾਰੇ ਦਾ ਪਤਾ ਲੱਗੇ, ਉਸਨੂੰ ਕੀ ਕਹਿੰਦੇ ਨੇ, ਕਿਰਿਆ ਕਹਿੰਦੇ ਨੇ। ਫੋਰ ਐਗਜ਼ਾਮਪਲ, ਮੈਂ ਖੇਡ ਰਹੀ ਹਾਂ, ਵਾਕ ਦੇ ਵਿੱਚ ਕੀ ਕਰ ਰਹੀ ਹਾਂ, ਖੇਡ ਰਹੀ ਹਾਂ। ਖੇਡਣਾ ਕੀ ਹੈ, ਮੇਰੀ ਕਿਰਿਆ ਹੈ। ਮੈਂ ਪੁਸਤਕ ਪੜ੍ਹ ਰਹੀ ਹਾਂ, ਮੈਂ ਵਾਕ ਦੇ ਵਿੱਚ ਕਰ ਕੀ ਰਹੀ ਹਾਂ, ਮੈਂ ਪੜ੍ਹ ਰਹੀ ਹਾਂ। ਸੋ ਪੜ੍ਹਨਾ ਕੀ ਹੋ ਗਿਆ, ਮੇਰੀ ਕਿਰਿਆ ਹੋ ਗਈ। ਮੈਂ ਸੋ ਰਹੀ ਹਾਂ, ਠੀਕ ਹੈ, ਸੋਣਾ ਕੀ ਹੋ ਗਿਆ, ਮੇਰੀ ਕਿਰਿਆ ਹੋ ਗਈ। ਕਹਿੰਦੇ ਉਹ ਸ਼ਬਦ ਜਿਨ੍ਹਾਂ ਤੋਂ ਵਾਕ ਦੇ ਵਿੱਚ ਕਿਸੇ ਕੰਮ ਦੇ ਹੋਣ, ਵਾਪਰਨ ਦਾ ਅੰਦਾਜ਼ਾ ਲੱਗੇ, ਉਸਨੂੰ ਕੀ ਕਹਿੰਦੇ ਨੇ, ਉਸਨੂੰ ਕਿਰਿਆ ਕਹਿੰਦੇ ਨੇ। ਸੋ ਕਿਰਿਆ ਅੱਗੇ
गल करिए तो ये तुहानू जो मैं तुहानू दस्से ने उही एग्जाम्पल्स लिखियां हुई हैं। अगे गल की जाए जो मैं ऑलरेडी दस चुकी हाँ कि किसी भी वाक की जो बनतर की गल करिए उस तीन चीज़ां होंदियां, करता हुंदा, कर्म हुंदा ते अपनी किरिया हुंदी है। ऑलरेडी आपां इन्हां चीज़ां नूं डिस्कस कर चुके हैं। अगे आपां गल करांगे किरिया दीयां किन्नियां किस्मां हुंदियां ने। जिथों एग्जाम दे विच क्वेश्चन पुछया जांदा है तां तुसीं याद रखना है कि जो किरिया दी किस्मां हुंदियां ओह दो तरीके दियां हुंदियां। किहड़ियां किहड़ियां? एक हुंदी है जी साडी अकर्मक किरिया ते दूसरी हुंदी है साडी सकर्मक किरिया। ठीक है, पहली किरिया किहड़ी हुंदी है? अकर्मक किरिया ते सैकेंड की हुंदी है साडी सकर्मक किरिया। अगर अकर्मक किरिया देखी जाए वह भी दो तरीके दी हुंदियां, एक पूर्ण अकर्मक ते एक अपूर्ण कर्मक। जे देखा जाए तो नैक्सट मैं तुहानूं दसदी है कि सकर्मक किरिया हुंदी है वह भी पूर्ण ते अपूर्ण सकर्मक किरिया हुंदी है। सब तो पहला सानूं पता होना चाहिए कि अकर्मक ते सकर्मक किरिया दे विच फर्क की हुंदा है। जे सिंपल वर्ड्स दे विच सोचो तो कर्मक किरिया वो हुंदी है जिहदे विच कोई कर्म ही ना होवे। ये ना पता होवे कि काम हो किस दे उत्ते रहा है, जिस दे विच कर्म ना होवे उसनूं अकर्मक कहंदे ने। जिस दे विच कर्म प्रेजेंट होवे कि जिस दे उत्ते काम हो रहा है वो चीज़ प्रेजेंट होवे उसनूं सकर्मक किरिया कहंदे ने। सो फर्स्टली आपां कर्मक किरिया देखिए। कहंदे कर्मक तो भाव है कर्म तो बिना, कहंदे जिस चीज़ दे विच कर्म ही ना होवे। फर्स्टली कर्म नूं समझण दी कोशिश करनी है। जिवें मैं कहा कि मैं पुस्तक पढ़ रही हाँ, ठीक है, आप इत्थे लिख लैंदे आ कि मैं पुस्तक पढ़ रही हाँ। अगर तुहानूं इहदे विच कुछ लब्भण नूं कह देण कि करता कौन है, करता कौन है? जो काम नूं करन वाला है वो कौन है? मैं। इहदे विच किरिया की है? मैं पढ़ रही हाँ। पढ़ रही की हो गया? किरिया होगी। अगर पूछा जाए कि कर्म की है, कर्म वो हुंदा है जिस दे उत्ते कोई किरिया वापर रही है, काम हो रहा है। कहण दा भाव मैं पढ़ की रही हाँ, किरिया किस दे उत्ते हो रही है? पुस्तक दे उत्ते हो रही है। ये हो गया साडा कर्म। कहंदे ओ वाले वाक जिस दे विच कर्म ही ना होवे, कहंदे ओ वाले वाक जिस दे विच किरिया बिना कर्म तो होवे उसनूं की कहा जांदा है? उसनूं अकर्मक किरिया कहा जांदा है। जिवें मुंडा खेडदा है बट ये तां नहीं पता फुटबॉल खेडदा, क्रिकेट खेडदा, की खेडदा, बस एक किरिया वापर रही है बट उहदे च कर्म नहीं है कि वो खेड किस नाल रहा, किस दे उत्ते कर्म हो रहा, ये नहीं पता। जिवें कुड़ी गाउंदी है बट सानूं ये तां नहीं पता कुड़ी की गाउंदी है, गीत गाउंदी है, की गाउंदी है, ठीक है, कुड़ी शब्द गाउंदी है। बच्चे पढ़ते हैं बट ये नहीं पता कि की पढ़ रहे हैं, पुस्तक पढ़ रहे हैं, न्यूज़पेपर पढ़ रहे हैं, नॉवल पढ़ रहे हैं। सानू ये नहीं पता कि काम हो किस दे उत्ते रहा है। कर्म ना होवे तां ओह किहड़ी किरिया हुंदी है? ओह साडी हुंदी है अकर्मक किरिया। नैक्सट गल की जाए अकर्मक किरिया कहंदे दो तरीके दी हुंदी है, एक पूर्ण अकर्मक ते दूसरी हुंदी है अपूर्ण। ठीक है, एक पूर्ण कर्मक किरिया ते दूसरी अपूर्ण कर्मक किरिया। पहला आपां देखिए पूर्ण कर्मक किरिया की हुंदी है। कहंदे जेड़ी अकर्मक किरिया करता नाल मिल के, कहंदे ओ अकर्मक किरिया मतलब जेड़ी कर्म तो बिना होवे किरिया ओनू कहंदे ने अकर्मक किरिया। कहंदे ओ अकर्मक किरिया करता नाल मिल के पूरा ते सार्थक वाक बनाउण। कहण दा भाव ओहदा मीनिंग तां निकल रिहा होवे। जिवें मुंडा खेडदा है, ओह जो अकर्मक किरिया किहड़ी होगी जिहदे विच कर्मता नहीं है बट करता नाल मिल के किरिया एक पूरा वाक बना रही है। किरिया की है? खेडदा है। करता कौन है? मुंडा। ठीक है, सो जो किरिया है वो करता नाल मिल के एक पूरा एक मीनिंगफुल वाक बना रही होवे उसनू की कहंदे ने? उसनू अकर्मक किरिया कहंदे ने। फॉर एग्जाम्पल गीता सो रही है। कौन सो रहा है? गीता। की कर रही है? सो रही है, बस दैट्स इट। ठीक है, कर्म नहीं है बट किरिया ते करता मिलके एक पूरा वाक बना रही है, उसनू पूर्ण अकर्मक किरिया कहंदे ने। नैक्सट है जी साडी अपूर्ण कर्मक किरिया। अपूर्ण कर्मक किरिया की हुंदी है? जिस दे विच जो साडी किरिया है वो कर्म नाल मिलके जो साडी किरिया है वो करता नाल मिलके एक पूरा वाक मीनिंगफुल वाक ना बना सके उसनू की कहंदे ने? उसनू अपूर्ण अकर्मक किरिया कहा जाता है। फॉर एग्जाम्पल बबलू हो गया। की हो गया बई? बबलू पास हो गया, बबलू फेल हो गया, बबलू बीमार हो गया, सानू नहीं पता की हो गया। बबलू हो गया की हो गया? किरिया होगी
ਤੇ ਬਬਲੂ ਹੋ ਗਿਆ ਕਰਤਾ। ਬਟ ਵਾਕ ਅਗਰ ਮੀਨਿੰਗਫੁਲ ਨਹੀਂ ਬਣ ਰਿਹਾ, ਉਸਨੂੰ ਕਹਿੰਦੇ ਨੇ ਸਾਡਾ ਅਪੂਰਨ, ਮਤਲਬ ਵਾਕ ਦਾ ਕੋਈ ਮੀਨਿੰਗ ਹੀ ਨਾ ਨਿਕਲ ਰਿਹਾ ਹੋਵੇ, ਉਸਨੂੰ ਕਹਿੰਦੇ ਨੇ ਅਪੂਰਨ ਅਕਰਮਕ ਕਿਰਿਆ। ਠੀਕ ਹੈ ਜੀ, ਹੋਪਫੁਲੀ ਤੁਹਾਨੂੰ ਕਲੀਅਰ ਹੋਇਆ ਹੋਏਗਾ। ਸੋ ਨੈਕਸਟ ਮੂਵ ਕਰਦੇ ਹਾਂ ਜੀ ਆਪਾਂ ਸਕਰਮਕ ਕਿਰਿਆ। ਆਪਾਂ ਪਹਿਲਾਂ ਗੱਲ ਕੀਤੀ ਅਕਰਮਕ ਕਿਰਿਆ ਦੀ ਕਿ ਜਿਸ ਦੇ ਵਿੱਚ ਕਰਮ ਨਾ ਹੋਵੇ, ਬਟ ਉਹ ਕਿਰਿਆ ਜਿਸ ਦੇ ਵਿੱਚ ਕਰਮ ਹੋਵੇ ਉਸਨੂੰ ਕਹਿੰਦੇ ਨੇ ਸਕਰਮਕ ਕਿਰਿਆ। ਜਿਵੇਂ ਮੈਂ ਪੁਸਤਕ ਪੜ੍ਹ ਰਹੀ ਹਾਂ, ਮੈਨੂੰ ਪਤਾ ਹੈ ਮੈਂ ਪੜ੍ਹ ਵੀ ਰਹੀ ਹਾਂ, ਮੈਂ ਕਿਰਿਆ ਕਰ ਰਹੀ ਹਾਂ। ਮੈਂ ਕਿਰਿਆ ਕਿਸ ਦੇ ਉੱਤੇ ਕਰ ਰਹੀ ਹਾਂ? ਮੈਂ ਪੁਸਤਕ ਦੇ ਉੱਤੇ ਕਿਰਿਆ ਕਰ ਰਹੀ ਹਾਂ। ਉਸਨੂੰ ਕੀ ਕਹਿੰਦੇ ਨੇ? ਉਸਨੂੰ ਕਿਹਾ ਜਾਂਦਾ ਹੈ ਸਕਰਮਕ ਕਿਰਿਆ। ਫੋਰ ਐਗਜ਼ਾਮਪਲ, ਮੁੰਡਾ ਹਾਕੀ ਖੇਡਦਾ ਹੈ। ਪਹਿਲਾਂ ਆਪਾਂ ਐਗਜ਼ਾਮਪਲ ਪੜ੍ਹੀ ਸੀ ਕਿ ਮੁੰਡਾ ਖੇਡਦਾ ਹੈ, ਉਹ ਕੀ ਸੀ? ਅਕਰਮਕ, ਕਿਉਂਕਿ ਇਹ ਨਹੀਂ ਸੀ ਪਤਾ ਉਹ ਖੇਡ ਕੀ ਰਿਹਾ ਹੈ, ਇਹ ਨਹੀਂ ਸੀ ਪਤਾ ਕਿ ਕਿਰਿਆ ਹੋ ਕਿਸ ਦੇ ਉੱਤੇ ਰਹੀ ਹੈ। ਬਟ ਸਾਨੂੰ ਇਹ ਪਤਾ ਹੈ ਕਿ ਹੁਣ ਮੁੰਡਾ ਕੀ ਕਰ ਰਿਹਾ? ਹਾਕੀ ਖੇਡ ਰਿਹਾ ਹੈ। ਸਾਨੂੰ ਪਤਾ ਹੈ ਜੋ ਕਿਰਿਆ ਹੈ ਉਹ ਕਿਸ ਦੇ ਉੱਤੇ ਹੋ ਰਹੀ ਹੈ? ਉਹ ਹੋ ਰਹੀ ਹੈ ਜੀ ਸਾਡੀ ਹਾਕੀ ਦੇ ਉੱਤੇ। ਜਿਵੇਂ ਕੁੜੀ ਗੀਤ ਗਾਉਂਦੀ ਹੈ, ਪਹਿਲਾਂ ਲਿਖਿਆ ਹੋਇਆ ਸੀ ਕਿ ਕੁੜੀ ਗਾਉਂਦੀ ਹੈ, ਬਟ ਇਹ ਨਹੀਂ ਸੀ ਪਤਾ ਕਿ ਕੀ ਗਾ ਰਹੀ ਹੈ। ਕੀ ਗਾ ਰਹੀ ਹੈ? ਉਹ ਗੀਤ ਗਾ ਰਹੀ ਹੈ। ਸਾਡੀ ਕਿਰਿਆ ਕਿਸ ਦੇ ਉੱਤੇ ਹੋ ਰਹੀ ਹੈ? ਸਾਡੇ ਕਰਮ ਜੋ ਕੀ ਹੈ ਗੀਤ ਦੇ ਉੱਤੇ ਹੋ ਰਹੀ ਹੈ। ਹੋਪਫੁਲੀ ਕਲੀਅਰ ਹੋਏਗੀ। ਉਸੇ ਤਰੀਕੇ ਦੇ ਨਾਲ ਇਹ ਵੀ ਜੋ ਹੁੰਦੀ ਹੈ ਇੱਕ ਪੂਰਨ ਸਕਰਮਕ ਕਿਰਿਆ ਹੁੰਦੀ ਹੈ ਤੇ ਇੱਕ ਅਪੂਰਨ ਸਕਰਮਕ ਕਿਰਿਆ ਹੁੰਦੀ ਹੈ। ਜਿਵੇਂ ਪੂਰਨ ਸਕਰਮਕ ਕਿਰਿਆ ਕੀ ਹੋਗੀ? ਜਿਹੀ ਸਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਪੂਰਾ ਅਰਥਪੂਰਨ, ਜਿਸ ਦੇ ਵਿੱਚ ਅਰਥਪੂਰਨ ਵਾਕ ਬਣੇ, ਉਹ ਹੁੰਦਾ ਹੈ ਸਾਡਾ ਪੂਰਨ ਸਕਰਮਕ ਕਿਰਿਆ। ਜਿਵੇਂ ਕੁੜੀਆਂ ਨੇ ਗਿੱਧਾ ਪਾਇਆ, ਕਿਸਾਨਾਂ ਨੇ ਹਲ ਵਾਹੇ। ਬਟ ਅਪੂਰਨ ਸਕਰਮਕ ਕਿਰਿਆ ਕੀ ਹੋਗੀ? ਹਰਪ੍ਰੀਤ ਭੈਣ ਨੂੰ ਕਹਿਣ ਲੱਗੀ, ਪਰ ਇਹ ਤਾਂ ਨਹੀਂ ਪਤਾ ਕੀ ਕਹਿਣ ਲੱਗੀ। ਠੀਕ ਹੈ, ਇਹ ਨਹੀਂ ਪਤਾ। ਕਹਿੰਦੇ ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਪੂਰਾ ਅਰਥਪੂਰਨ ਵਾਕ ਨਾ ਬਣਾ ਸਕੇ, ਕੋਈ ਕੁਐਸਚਨ ਛੱਡ ਜੇ, ਉਹ ਵਾਕ ਜਿਹੜਾ ਪਿੱਛੇ ਕੋਈ ਪ੍ਰਸ਼ਨ, ਕੋਈ ਕੁਐਸਚਨ ਛੱਡ ਦੇ, ਜਿਸ ਦਾ ਮੀਨਿੰਗ ਪੂਰਾ ਮੀਨਿੰਗ ਨਾ ਨਿਕਲ ਰਿਹਾ ਹੋਵੇ, ਉਸਨੂੰ ਕਿਹਾ ਜਾਂਦਾ ਹੈ ਅਪੂਰਨ ਸਕਰਮਕ ਕਿਰਿਆ। ਹੋਪਫੁਲੀ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ। ਇਸ ਤੋਂ ਇਲਾਵਾ ਜਿਹੜੀ ਕਿਰਿਆ ਹੈ ਉਸਨੂੰ ਹੋਰ ਵੀ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਰਿਆ ਦੇ ਹੋਰ ਵੀ ਰੂਪ ਨੇ ਜਿੱਥੋਂ ਐਗਜ਼ਾਮੀਨਰ ਜ਼ਿਆਦਾਤਰ ਕੁਐਸਚਨ ਪੁੱਛਦਾ ਹੈ। ਪਹਿਲੀ ਹੈ ਜੀ ਸਾਡੀ ਸਸਰੰਗੀ ਕਿਰਿਆ। ਬਹੁਤ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਸਸਰੰਗੀ ਕਿਰਿਆ ਕੀ ਹੁੰਦੀ ਹੈ। ਕਹਿੰਦੇ ਕਈ ਵਾਕਾਂ ਵਿੱਚ, ਇਹ ਹਾਈਲਾਈਟ ਕਰ ਦਿੰਨੇ ਆਪਾਂ, ਕਹਿੰਦੇ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ। ਮਤਲਬ ਉਸ ਤੋਂ ਇਲਾਵਾ ਹੋਰ ਕੋਈ ਕਿਰਿਆ ਹੋ ਹੀ ਨਹੀਂ ਰਹੀ, ਸਿਰਫ ਹੈ ਤੇ ਸੀ ਹੈ। ਉਸਨੂੰ ਕੀ ਕਿਹਾ ਜਾਂਦਾ ਹੈ? ਸਸਰੰਗੀ ਕਿਰਿਆ। ਮਤਲਬ ਹੋਰ ਕੋਈ ਐਵੇਂ ਦਾ ਕੋਈ ਵਰਡ ਹੀ ਨਾ ਹੋਵੇ ਜੋ ਕਿਰਿਆ ਰਿਪਰੈਜ਼ੈਂਟ ਕਰੇ, ਬਸ ਹੈ ਤੇ ਸੀ ਨਾਲ ਪਤਾ ਲੱਗੇ ਕਿ ਇਹ ਕੀ ਨੇ? ਕਿਰਿਆ ਹੈ। ਤਾਂ ਹੈ ਤੇ ਸੀ ਕੀ ਹੁੰਦੀਆਂ? ਸਾਡੀਆਂ ਸਸਰੰਗੀ ਕਿਰਿਆ ਹੁੰਦੀਆਂ। ਜਿਵੇਂ ਉਹ ਮੋਹਨ ਇੱਕ ਹੁਸ਼ਿਆਰ ਲੜਕਾ ਹੈ, ਕੋਈ ਕਿਰਿਆ ਤਾਂ ਹੋ ਨਹੀਂ ਰਹੀ ਹੈਗੀ ਇਹਦੇ ਚ ਕਿ ਤੁਰਦਾ ਹੁਸ਼ਿਆਰ ਹੈ, ਕਿਵੇਂ ਹੁਸ਼ਿਆਰ ਹੈ, ਬਟ ਇੱਕ ਸਿੰਪਲ ਸੈਂਟੈਂਸ ਲਿਖ ਰੱਖਿਆ ਹੈ ਕਿ ਮੋਹਨ ਇੱਕ ਹੁਸ਼ਿਆਰ ਲੜਕਾ ਹੈ। ਉਹ ਇਸ ਤੋਂ ਇਲਾਵਾ, ਹੈ ਤੋਂ ਇਲਾਵਾ ਹੋਰ ਕੋਈ ਵੀ ਸ਼ਬਦ ਕਿਰਿਆ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ, ਕੋਈ ਵਰਬ ਨਹੀਂ ਹੈਗੀ ਇਸ ਦੇ ਵਿੱਚ, ਤਾਂ ਉਸ ਨੂੰ ਕਿਹਾ ਜਾਂਦਾ ਹੈ ਸਸਰੰਗੀ ਕਿਰਿਆ। ਜਿਵੇਂ ਰਿਤੂ ਆਲਸੀ ਸੀ, ਠੀਕ ਹੈ, ਆਲਸੀ ਤੇ ਇੱਕ ਕਰਮ ਹੋ ਗਿਆ, ਠੀਕ ਹੈ, ਸੀ ਕੀ ਹੋ ਗਿਆ? ਕਿਰਿਆ ਹੋ ਗਈ। ਤਾਂ ਫਿਰ ਕੀ ਹੋ ਗਿਆ? ਹੈ ਤੇ ਸੀ ਕੀ ਨੇ? ਸਾਡੀਆਂ ਸਸਰੰਗੀ ਕਿਰਿਆ। ਨੈਕਸਟ ਆਪਾਂ ਗੱਲ ਕਰੀਏ ਆਪਣੀ ਸਹਾਇਕ ਕਿਰਿਆ ਦੀ। ਕਹਿੰਦੇ ਜਦੋਂ ਹੈ ਸੀ ਤੇ ਇਹਨਾਂ ਦੇ ਹੋਰ ਰੂਪ ਹੋ ਸਕਦਾ ਹੈ ਅਕਰਮਕ ਜਾਂ ਸਕਰਮਕ ਨਾਲ ਮਿਲ ਕੇ ਕਿਰਿਆ ਦਾ ਕੰਮ ਕਰਨਾ। ਆਪਾਂ ਕਹਿ ਨਹੀਂ ਦਿੰਦੇ ਕਿਸੇ ਸ਼ਬਦ ਦੇ ਵਿੱਚ ਇੱਕ ਕੱਲੀ ਵਰਬ ਹੁੰਦੀ ਹੈ, ਦੂਸਰੇ ਦੇ ਵਿੱਚ ਹੈਲਪਿੰਗ ਵਰਬ ਤੇ ਸਿੰਪਲ ਵਰਬ ਹੁੰਦੀ ਹੈ, ਠੀਕ ਹੈ। ਸੋ ਉਸੇ ਤਰੀਕੇ ਦੇ ਨਾਲ ਕਿ ਹੈ ਤੇ ਸੀ ਦੇ ਨਾਲ ਹੋਰ ਵੀ ਕੋਈ ਕਿਰਿਆ ਹੋਵੇ, ਉਸਨੂੰ ਕੀ ਹੈ? ਮੈਂ ਪੜ੍ਹ ਰਹੀ ਹਾਂ, ਠੀਕ ਹੈ, ਮੈਂ ਸੋ ਰਿਹਾ ਸੀ। ਸੋਣਾ ਤੇ ਸੀ ਦੋ ਕਿਰਿਆ ਹੋ ਗਈਆਂ, ਉਹਨਾਂ ਨੂੰ ਕੀ ਕਿਹਾ ਜਾਂਦਾ? ਉਸ ਦੇ ਵਿੱਚ ਕੀ ਹੋਏਗਾ? ਉਸ ਦੇ ਵਿੱਚ ਹੋਏਗਾ ਸਹਾਇਕ ਕਿਰਿਆ। ਜਿਵੇਂ ਮੈਂ ਭਾਸ਼ਣ ਦੇ ਸਕਦਾ ਹਾਂ, ਸਕਦਾ ਤੇ ਹਾਂ ਦੋਨੋਂ ਕੀ ਹੋ ਗਿਆ? ਇਹ ਕਿਰਿਆ ਹੋ ਗਈਆਂ, ਬਟ ਇੱਕ ਹੋ ਗਈ ਸਾਡੀ ਸਹਾਇਕ ਕਿਰਿਆ ਤੇ ਇੱਕ ਹੋ ਗਈ ਮੁੱਖ ਕਿਰਿਆ, ਠੀਕ ਹੈ ਜੀ। ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ। ਜਿਵੇਂ ਮੈਂ ਸਭ ਕਿਤਾਬਾਂ ਰੱਖਦਾ ਹਾਂ, ਮੁੱਖ ਕਿਰਿਆ ਹੈ, ਠੀਕ ਹੈ, ਮੈਂ ਸਭ ਕਿਤਾਬਾਂ ਰੱਖਦਾ ਹਾਂ ਇੱਕ ਮੁੱਖ ਕਿਰਿਆ। ਤੇ
मैं जिवें ਪਹਿਲਾਂ ਆਪਾਂ ਗੱਲ ਕੀਤੀ मैं सो रहा सी, ठीक है, ਉਹਦੇ ਵਿੱਚ ਸਹਾਇਕ ਕਿਰਿਆ ਹੋ ਜਾਂਦੀ ਹੈ। ਸੋ ਹੋਪਫੁਲੀ ਤੁਹਾਨੂੰ ਸਮਝ ਆ ਗਈ ਹੋਵੇਗੀ। ਧਾਤੂ ਸ਼ਬਦ ਕੀ ਹੁੰਦਾ ਹੈ? ਦੇਖੋ ਧਾਤੂ ਕੀ ਹੁੰਦਾ ਹੈ? ਮੂਲ ਸ਼ਬਦ ਹੁੰਦੇ ਨੇ। ਧਾਤੂ ਕੀ ਹੁੰਦਾ ਹੈ? ਮੂਲ ਸ਼ਬਦ ਜਿਨ੍ਹਾਂ ਤੋਂ ਉਤਪਨਾ ਹੋਵੇ, ਠੀਕ ਹੈ, ਜਿਹਦੇ ਤੋਂ ਬੇਸਿਕ ਸ਼ਬਦ ਨਹੀਂ ਕਹਿ ਦਿੰਦੇ ਆਪਾਂ, ਕਹਿੰਦੇ ਧਾਤੂ ਉਹ ਮੂਲ ਸ਼ਬਦ ਹਨ ਜਿਨ੍ਹਾਂ ਤੋਂ ਹਰ ਪ੍ਰਕਾਰ ਦੀ ਕਿਰਿਆ ਬਣਾਈਆਂ ਜਾ ਸਕਦੀਆਂ ਹਨ। ਇੱਕ ਸ਼ਬਦ ਜਿਸ ਤੋਂ ਬਹੁਤ ਸਾਰੀਆਂ ਕਿਰਿਆ ਬਣਾਈਆਂ ਜਾ ਸਕਦੀਆਂ, ਜਿਵੇਂ ਕਰ, ठीक है, था, लिख, लिखना, लिखाई, ठीक है, सुन, सुनना, सुनना, ਜਾਂ ਇਸ ਤੋਂ ਸੁਣ ਤੋਂ ਕਈ ਹੋਰ ਕਿਰਿਆ ਬਣ ਸਕਣ। ਇੱਕ ਸ਼ਬਦ ਤੋਂ ਬਹੁਤ ਸਾਰੀਆਂ ਕਿਰਿਆ ਬਣ ਸਕਣ, ਉਸ ਮੂਲ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਜਿਵੇਂ ਲਿਖ ਤੋਂ ਬਣ ਗਈ ਲਿਖਦਾ, ਲਿਖਦੇ, ਲਿਖਦੀ, ਲਿਖਦੀਆਂ, ਲਿਖਾਂ, ਲਿਖੀਏ, ਲਿਖੋ, ਲਿਖਣਗੇ। ਸੋ ਇੱਕ ਸ਼ਬਦ ਤੋਂ ਬਹੁਤ ਸਾਰੀਆਂ ਕਿਰਿਆਵਾਂ ਬਣਨ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਵਰਡ ਨੂੰ, ਜਿਸ ਵਰਡ ਤੋਂ ਬਹੁਤ ਸਾਰੀਆਂ ਕਿਰਿਆ ਬਣ ਸਕਣ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਸ਼ਬਦ ਨੂੰ ਧਾਤੂ ਜਾਂ ਮੂਲ ਸ਼ਬਦ ਕਿਹਾ ਜਾਂਦਾ ਹੈ। ਹੋਪਫੁਲੀ ਕਲੀਅਰ ਹੋ ਗਿਆ ਹੋਵੇਗਾ। ਆਫਟਰ ਦੈਟ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਪਿਛਲੇ ਐਗਜ਼ਾਮਸ ਦੇ ਵਿੱਚ ਕਿਸ ਤਰੀਕੇ ਦੇ ਜੋ ਕੁਐਸਚਨਸ ਨੇ ਉਹ ਕਿਰਿਆ ਦੇ ਵਿੱਚੋਂ ਪੁੱਛੇ ਗਏ ਨੇ। ਜਿੰਨੇ ਵੀ ਹੁਣ ਤੱਕ ਐਗਜ਼ਾਮ ਹੋਏ ਨੇ ਆਪਾਂ ਸਭ ਨੂੰ ਐਨਾਲਾਈਜ਼ ਕਰਕੇ ਸਭ ਦੇ MCQ ਇਕੱਠੇ ਕੀਤੇ ਨੇ ਕਿ ਕਿਸ ਤਰੀਕੇ ਦੇ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਫਸਟ ਹੈ ਕਹਿੰਦੇ ਉਸ ਦੀ ਪੱਗ ਦਾ ਰੰਗ ਲਾਲ ਹੈ, ਵਾਕ ਵਿੱਚ ਕਿਰਿਆ ਕਿਹੜਾ ਸ਼ਬਦ ਹੈ? ਦੇਖੋ ਪੱਗ ਕੀ ਹੈ? ਪੱਗ ਕੋਈ ਨਾਮ ਹੈ, ਪੱਗ ਇੱਕ ਵਸਤੂ ਦਾ ਨਾਮ ਹੈ, ਰੰਗ ਇੱਕ ਨਾਮ ਹੈ, ਲਾਲ ਕੀ ਹੈ? ਉਹਦਾ ਵਿਸ਼ੇਸ਼ਣ ਹੈ। ਤਾਂ ਕਿਰਿਆ ਕੀ ਹੋਗੀ? ਹੈ, ਠੀਕ ਹੈ, ਜਿਸ ਦੇ ਵਿੱਚ ਕੋਈ ਹੋਰ ਕਿਰਿਆ ਨਾ ਹੋਵੇ, ਜਸਟ ਹੈ ਕੀ ਹੈ, ਇਹਦੇ ਨਾਲ ਕੋਈ ਹੋਰ ਕਿਰਿਆ ਨਹੀਂ ਹੈ, ਕੀ ਹੋਗੀ? ਸਸਰੰਗੀ ਕਿਰਿਆ ਹੈ, ਠੀਕ ਹੈ, ਨਾਲ ਨਾਲ ਰਿਵਾਈਜ਼ ਕਰਦੇ ਰਹਿਣਾ। ਇਹਦੇ ਵਿੱਚ ਕਿਰਿਆ ਕੀ ਹੋਗੀ? ਹੈ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਸਮਾਧੀ ਵਾਕ ਚੁਣੋ। ਸਮਾਧੀ ਮਤਲਬ, ਸਮਾਧੀ ਦਾ ਮਤਲਬ ਕੀ ਹੁੰਦਾ ਹੈ? ਮੀਨਿੰਗ ਪੁੱਛਿਆ ਸਮਾਧੀ ਦਾ, ਬੈਠਦੇ, ਦੈਟਸ ਇਟ। ਇਹ ਥੋੜਾ ਆਊਟ ਆਫ ਕੰਟੈਂਟ ਤੋਂ ਹੋ ਗਿਆ। ਨੈਕਸਟ ਹੈ ਕਹਿੰਦੇ ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਮੈਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਵਾਕ ਦੇ ਵਿੱਚ ਤਿੰਨ ਹੁੰਦੇ ਨੇ, ਇੱਕ ਕਰਤਾ ਹੁੰਦਾ, ਕਰਮ ਹੁੰਦਾ, ਕਿਰਿਆ ਹੁੰਦੀ ਹੈ। ਤੇ ਕੰਮ ਕਰਨ ਵਾਲੇ ਨੂੰ, ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਕਹਿੰਦੇ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਹੈ ਜਾਂ ਸੀ ਮਤਲਬ ਉਸ ਤੋਂ ਇਲਾਵਾ ਹੋਰ ਕੋਈ ਕਿਰਿਆ ਹੀ ਨਾ ਹੋਵੇ। ਮੈਂ ਪਹਿਲਾਂ ਵੀ ਦੱਸਿਆ ਸੀ, ਬਹੁਤ ਉਸ ਚੀਜ਼ ਉੱਤੇ ਮੈਂ ਵਾਰ-ਵਾਰ ਰਿਪੀਟ ਕੀਤਾ ਸੀ ਕਿ ਉਸ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਸੀ ਸਸਰੰਗੀ ਕਿਰਿਆ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਕੀ ਨਾ ਹੋਵੇ? ਹੈ ਤੇ ਸੂਈ ਤੋਂ ਇਲਾਵਾ ਹੋਰ ਕੋਈ ਕਿਰਿਆ ਨਾ ਹੋਵੇ। ਨੈਕਸਟ ਹੈ ਕਹਿੰਦੇ ਕਿਰਿਆ ਚੁਣੋ। ਇਹਨਾਂ ਦੇ ਵਿੱਚੋਂ ਕਿਰਿਆ ਕੀ ਹੈ? ਕਿਰਿਆ ਉਹ ਸ਼ਬਦ ਹੁੰਦਾ ਹੈ ਜਿਸ ਦੇ ਵਿੱਚ ਤੋਂ ਕੁਝ ਹੋਣ ਦਾ, ਕੁਝ ਵਾਪਰਨ ਦਾ ਪਤਾ ਲੱਗੇ। ਦੇਖੋ ਜੰਗਲ ਤੋਂ ਕੁਝ ਵਾਪਰਨ ਦਾ ਪਤਾ ਤਾਂ ਨਹੀਂ ਲੱਗ ਰਿਹਾ, ਕੌਣ ਲੜਕੀ, ਬਟ ਖੇਡਦੇ ਤੋਂ ਪਤਾ ਲੱਗ ਰਿਹਾ ਕਿ ਉਹ ਕੀ ਕਰ ਰਹੇ ਨੇ, ਖੇਡ ਰਹੇ ਨੇ। ਸੋ ਖੇਡਣਾ ਕੀ ਹੋ ਗਿਆ? ਕਿਰਿਆ ਹੋ ਗਈ। ਨੈਕਸਟ ਹੈ ਕਹਿੰਦੇ ਉਸਦੀ ਪੱਗ ਦਾ ਰੰਗ ਲਾਲ ਹੈ, ਵਾਕ ਵਿੱਚ ਕਿਰਿਆ। ਇਹ ਮੈਂ ਆਲਰੇਡੀ ਕਰਵਾ ਚੁੱਕੀ ਹਾਂ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋਗੇ। ਕਹਿੰਦੇ ਕਿਰਿਆ ਕਿੰਨੀਆਂ ਕਿਸਮ ਦੀਆਂ ਹੁੰਦੀਆਂ? ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਕਰਮਕ ਤੇ ਇੱਕ ਸਕਰਮਕ ਕਿਰਿਆ। ਨੈਕਸਟ ਹੈ ਕਹਿੰਦੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਕੀ ਕਹਿੰਦੇ ਨੇ? ਬਈ ਮੈਂ ਪਹਿਲਾਂ ਦੱਸਿਆ ਸੀ, ਦੇਖੋ ਦੋ ਤਰੀਕੇ ਦੀਆਂ ਕਿਰਿਆ ਨੇ, ਇੱਕ ਕਰਮਕ ਤੇ ਇੱਕ ਸਕਰਮਕ। ਜਿਸ ਦੇ ਵਿੱਚ ਕਰਮ ਹੋਵੇ ਉਸ ਨੂੰ ਕਹਿੰਦੇ ਨੇ ਸਕਰਮਕ ਕਿਰਿਆ, ਤੇ ਜਿਸ ਦੇ ਵਿੱਚ ਕਰਮ ਨਾ ਹੋਵੇ ਉਸ ਨੂੰ ਕਹਿੰਦੇ ਨੇ ਅਕਰਮਕ ਕਿਰਿਆ। ਸੋ ਇਸ ਕੁਐਸਚਨ ਦਾ ਆਨਸਰ ਆਪਸ਼ਨ ਬੀ ਹੋਏਗਾ। ਨੈਕਸਟ ਹੈ ਕਹਿੰਦੇ ਕਰਨਾ, ਖਾਣਾ, ਲਿਖਣਾ ਕੀ ਹਨ? ਹੁਣ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਦਿਓਗੇ, ਮੈਂ ਬਹੁਤ ਕਰਵਾ ਚੁੱਕੀ ਹਾਂ, ਤੇ ਅਗਰ ਫਿਰ ਵੀ ਆਨਸਰ ਨਾ ਆਇਆ ਕੋਈ ਫਾਇਦਾ ਨਹੀਂ ਹੈ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਨਸਰ ਕਰਨਾ। ਨੈਕਸਟ ਹੈ ਕਹਿੰਦੇ ਕਿਰਿਆ ਦੇ ਜਿਸ ਰੂਪ ਤੋਂ ਪਤਾ ਚੱਲੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ। ਕਹਿੰਦੇ ਜਿਸ ਕਿਰਿਆ ਤੋਂ ਇਹ ਪਤਾ ਲੱਗੇ ਕਿ ਕੰਮ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਉੱਤੇ ਕਿਸੇ ਸ਼ਰਤ ਦੇ ਉੱਤੇ ਕੀਤਾ ਜਾਏਗਾ, ਉਸ ਨੂੰ ਕਿਹਾ ਜਾਂਦਾ ਹੈ ਸ਼ਰਤੀ ਭਵਿੱਖ ਕਾਲ ਹੈ। ਇਹ ਕਾਲ ਦਾ ਕੁਐਸਚਨ ਆ ਗਿਆ, ਕੋਈ ਨਾ। ਨੈਕਸਟ ਚੱਲਦੇ ਆ। ਕਹਿੰਦੇ ਕਰਮਕ ਕਿਰਿਆ ਕਿਹੜੀ ਹੁੰਦੀ ਹੈ? ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਸਕਰਮਕ ਤੇ ਅਕਰਮਕ ਦੇ ਵਿੱਚ ਫਰਕ ਕੀ ਹੈ। ਜਿਸ ਦੇ ਵਿੱਚ ਕੋਈ ਕਰਮ ਨਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਅਕਰਮਕ ਕਿਰਿਆ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਨੈਕਸਟ ਆ ਗਿਆ ਕਹਿੰਦੇ ਕਿਰਿਆ ਚੁਣੋ। ਕਿਰਿਆ ਕਿਹੜੀ ਕਿਹੜੀ ਹੈ? ਦੇਖੋ ਹੱਸਣਾ,
ਖੇਡਣਾ, ਨੱਚਦੇ। ਇਹ ਤਿੰਨਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਚੀਜ਼ਾਂ ਵਾਪਰ ਰਹੀਆਂ, ਉਸਨੂੰ ਕੀ ਕਹਿੰਦੇ ਨੇ? ਉਸਨੂੰ ਕਿਰਿਆ ਕਹਿੰਦੇ ਨੇ। ਨੈਕਸਟ ਹੈ ਕਹਿੰਦੇ ਕਰ, ਖਾ, ਸੁਣ। ਇਹ ਕੀ ਨੇ? ਇਹ ਉਹ ਸ਼ਬਦ ਨੇ ਜਿਨ੍ਹਾਂ ਤੋਂ ਕਿਸੇ ਚੀਜ਼ ਦੇ ਹੋਣ ਦਾ, ਵਾਪਰਨ ਦਾ ਪਤਾ ਲੱਗੇ, ਉਸਨੂੰ ਕੀ ਕਿਹਾ ਜਾਂਦਾ ਹੈ? ਕਿਰਿਆਵਾਂ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਕਹਿੰਦੇ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੈ ਕਿਰਿਆ ਦਾ ਰੂਪ ਹੋਵੇ। ਕਹਿੰਦੇ ਜਿਹਦੇ ਚ ਸਿਰਫ ਕਿਰਿਆ ਹੈ ਤੇ ਸੀ ਹੋਵੇ, ਉਹਦੇ ਨਾਲ ਐਡੀਸ਼ਨਲ ਕੋਈ ਕਿਰਿਆ ਨਾ ਹੋਵੇ, ਉਹਨਾਂ ਨੂੰ ਕਿਹੜੀ ਕਿਰਿਆ ਕਿਹਾ ਜਾਂਦਾ ਹੈ? ਉਹਨਾਂ ਨੂੰ ਸਸਰੰਗੀ ਕਿਰਿਆ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਖਾ, ਪੀ, ਉੱਠਣਾ, ਜਾਗਣਾ ਆਦਿ ਕੀ ਨੇ? ਇਹਨਾਂ ਸ਼ਬਦਾਂ ਤੋਂ ਕਿਸੇ ਚੀਜ਼ ਦੇ ਹੋਣ ਦਾ, ਵਾਪਰਨ ਦਾ ਪਤਾ ਲੱਗ ਰਿਹਾ ਹੈ। ਸੋ ਦੈਟਸ ਵਾਈ ਇਹ ਕੀ ਨੇ? ਇਹ ਨੇ ਜੀ ਸਾਡੀਆਂ ਕਿਰਿਆਵਾਂ, ਇਹ ਨੇ ਸਾਡੀਆਂ ਕਿਰਿਆ। ਆਪਸ਼ਨ ਸੀ ਇਜ਼ ਰਾਈਟ ਆਨਸਰ। ਨੈਕਸਟ ਹੈ ਕਹਿੰਦੇ ਕਈ ਵਾਕਾਂ ਵਿੱਚ ਇਕੱਲਾ, ਇਸ ਕੁਐਸਚਨ ਰਿਪੀਟ ਹੋਇਆ, ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰੋਗੇ। ਨੈਕਸਟ ਹੈ ਕਹਿੰਦੇ ਸਸਰੰਗੀ, ਸਹਾਇਕ ਤੇ ਮੁੱਖ ਕਿਰਿਆ ਦੇ ਕਿਸ ਦੇ ਰੂਪ ਹਨ? ਕਹਿੰਦੇ ਆ ਸਸਰੰਗੀ, ਸਹਾਇਕ ਤੇ ਮੁੱਖ, ਇਹ ਕਿਹਦੇ ਰੂਪ ਨੇ? ਇਹ ਨੇ ਜੀ ਸਾਡੇ ਕਿਰਿਆ ਦੇ ਰੂਪ ਨੇ। ਕਿਹਦੇ ਰੂਪ ਨੇ? ਕਿਰਿਆ ਦੇ ਰੂਪ ਹਨ। ਨੈਕਸਟ ਹੈ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਹੈ ਤੁਸੀਂ। ਕਹਿੰਦੇ ਕਿਰਿਆ ਕਰਨ ਵਾਲੇ ਨੂੰ ਪੰਜਾਬੀ ਕਰਨ ਵਿੱਚ ਕੀ ਕਿਹਾ ਜਾਂਦਾ ਹੈ? ਆਲਰੇਡੀ ਮੈਂ ਵੀ ਡਿਸਕਸ ਕਰਵਾ ਚੁੱਕੀ ਹਾਂ। ਤੁਸੀਂ ਇਹ ਦੇਖੋ ਕਿ ਕਿੰਨੀ ਵਾਰ ਰਿਪੀਟ ਹੋਏ ਕੁਐਸਚਨ ਨੇ ਪਿਛਲੇ ਸਾਲਾਂ ਦੇ ਵਿੱਚ। ਤਾਂ ਇਸ ਨੂੰ ਕਿਹਾ ਜਾਂਦਾ ਹੈ ਆਪਸ਼ਨ ਬੀ, ਕਰਤਾ ਕਿਹਾ ਜਾਂਦਾ ਹੈ। ਇਹ ਵਾਰ-ਵਾਰ ਤਾਂ ਰਿਪੀਟ ਹੋ ਰਹੇ ਨੇ ਕਿਉਂਕਿ ਐਗਜ਼ਾਮ ਦੇ ਵਿੱਚ ਵੀ ਬਹੁਤ ਵਾਰ ਰਿਪੀਟ ਹੋਏ ਨੇ। ਨੈਕਸਟ ਹੈ ਕਹਿੰਦੇ ਜਿਸ ਕਿਰਿਆ ਨਾਲ ਕਰਮ ਦਾ ਆਉਣਾ ਜ਼ਰੂਰੀ ਹੋਵੇ। ਕਹਿੰਦੇ ਜਿਸ ਕਿਰਿਆ ਦੇ ਵਿੱਚ ਕਰਮ ਆਉਣਾ ਜ਼ਰੂਰੀ ਹੋਵੇ, ਮਤਲਬ ਕਰਮ ਪ੍ਰੈਜ਼ੈਂਟ ਹੋਵੇ, ਉਸਨੂੰ ਕੀ ਕਹਿੰਦੇ ਨੇ? ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਸ ਦੇ ਵਿੱਚ ਕਰਮ ਹੋਵੇ ਉਸਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਨੈਕਸਟ ਹੈ ਕਹਿੰਦੇ ਹਰਜੀਤ ਨੇ ਬੜੇ ਹੀ ਦ੍ਰਿੜ ਇਰਾਦੇ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਵਾਕ ਵਿੱਚ ਕਿਰਿਆ ਕਿਹੜੀ ਹੈ? ਵਾਕ ਵਿੱਚ ਕਿਰਿਆ ਕਿਹੜੀ ਹੈ? ਕਿਰਿਆ ਕਿਹੜੀ ਹੈ? ਦ੍ਰਿੜ, ਮੁਕਾਬਲੇ, ਹਿੱਸਾ ਲਿਆ ਜਾਂ ਲਿਆ। ਉਸਨੇ ਕੀ ਲਿਆ? ਹਿੱਸਾ ਲਿਆ। ਕਿਰਿਆ ਕਿਹੜੀ ਹੋਗੀ? ਹਿੱਸਾ ਲਿਆ। ਨੈਕਸਟ ਹੈ ਕਹਿੰਦੇ ਉਹ ਅੱਜ ਕੱਲ ਹੀਰਿਆਂ ਦਾ ਵਪਾਰ ਕਰਦਾ ਹੈ। ਵਾਕ ਵਿੱਚ ਸਹਾਇਕ ਕਿਰਿਆ। ਤਾਂ ਇਸ ਦੀ ਆਈ ਡੋਂਟ ਥਿੰਕ ਸੋ ਕੁਛ ਦੱਸਣ ਦੀ ਲੋੜ ਹੈ। ਸਹਾਇਕ ਕਿਰਿਆ ਕਿਹੜੀ ਹੈ? ਠੀਕ ਹੈ, ਹੀਰਿਆਂ ਦਾ ਵਪਾਰ ਕਰ ਰਿਹਾ ਇੱਕ ਕਿਰਿਆ ਹੋਗੀ। ਸਹਾਇਕ ਕਿਰਿਆ ਕਿਹੜੀ ਹੈ? ਕਹਿੰਦੇ ਮੁੱਖ ਕਿਰਿਆ ਦੇ ਕਾਰਨ ਬੋਧਕ ਅੰਸ਼ ਨੂੰ ਕੀ ਕਿਹਾ ਜਾਂਦਾ ਹੈ? ਕਹਿੰਦੇ ਮੁੱਖ ਕਿਰਿਆ ਦੇ ਬੋਧਕ ਅੰਸ਼ ਨੂੰ ਐਗਜ਼ਾਮ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਆਇਆ ਸੀ। ਠੀਕ ਹੈ, ਇਸ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਇਹ ਅਲੱਗ ਤੋਂ ਆਪਾਂ ਕਰਾਂਗੇ, ਠੀਕ ਹੈ, ਕਿਰਿਆ ਵਿਸ਼ੇਸ਼ਣ ਦੇ ਟੌਪਿਕ ਦੇ ਵਿੱਚ। ਨੈਕਸਟ ਹੈ ਕਹਿੰਦੇ ਉਹ ਹਾਲੇ ਤੀਕ ਵੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਨ। ਵਾਕ ਵਿੱਚ ਸਹਾਇਕ ਕਿਰਿਆ ਦੀ ਤੁਸੀਂ ਮੈਨੂੰ ਪਛਾਣ ਕਰਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਹੈ, ਬਿਕਾਜ਼ ਆਪਾਂ ਬਹੁਤ ਸਾਰੇ ਕੁਐਸਚਨ ਐਵੇਂ ਦੀ ਡਿਸਕਸ ਕਰ ਚੁੱਕੇ ਹਾਂ। ਨੈਕਸਟ ਹੈ ਕਹਿੰਦੇ ਦੂਰ ਇੱਕ ਨਦੀ ਵਗਦੀ ਹੈ, ਵਿੱਚ ਮੁੱਖ ਕਿਰਿਆ ਕਿਹੜੀ ਹੈ? ਮੁੱਖ ਕਿਰਿਆ ਤੁਹਾਨੂੰ ਪਤਾ ਲੱਗ ਗਈ ਹੋਣੀ ਹੈ। ਮੁੱਖ ਕਿਰਿਆ ਹੈ ਜੀ ਵਗਦੀ। ਠੀਕ ਹੈ, ਵਗਦੀ ਹੈ ਕੀ ਹੈ? ਇੱਕ ਸਹਾਇਕ ਕਿਰਿਆ ਤੇ ਮੁੱਖ ਕਿਰਿਆ ਕਿਹੜੀ ਹੈ? ਵਗਦੀ। ਨੈਕਸਟ ਹੈ ਕਹਿੰਦੇ ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੋਂ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ? ਬਹੁਤ ਈਜ਼ੀ ਹੈ, ਵੀ ਜਿਸ ਚ ਕਰਤਾ ਵੀ ਹੋਵੇ ਕਰਮ ਵੀ ਹੋਵੇ ਉਸਨੂੰ ਕਿਹਾ ਜਾਂਦਾ ਹੈ ਸਾਡੀ ਸਕਰਮਕ ਕਿਰਿਆ। ਬਹੁਤ ਈਜ਼ੀ ਕੁਐਸਚਨ ਸੀ। ਨੈਕਸਟ ਹੈ ਜੀ ਕਹਿੰਦੇ ਵਾਕ ਮੈਂ ਸਭ ਕਿਤਾਬਾਂ ਰੱਖਦਾ ਹਾਂ ਵਾਕ ਵਿੱਚ ਕਿਸ ਤਰ੍ਹਾਂ ਦੀ ਕਿਰਿਆ ਹੈ? ਇਹ ਕਿਸ ਤਰੀਕੇ ਦੀ ਕਿਰਿਆ ਹੈ ਕਿ ਮੈਂ ਸਭ ਕਿਤਾਬਾਂ ਰੱਖਦਾ ਹਾਂ। ਮੈਂ ਸਭ ਕਿਤਾਬਾਂ ਰੱਖਦਾ, ਮੈਂ ਕੀ ਰੱਖਦਾ? ਕਿਤਾਬਾਂ ਰੱਖਦਾ। ਮਤਲਬ ਇਹਦੇ ਚ ਕਰਮ ਵੀ ਹੈ ਤੇ ਕਰਤਾ ਵੀ ਹੈ, ਉਸਨੂੰ ਕਹਿੰਦੇ ਨੇ ਜੀ ਸਾਡੀ ਸਕਰਮਕ ਕਿਰਿਆ। ਨੈਕਸਟ ਹੈ ਕਹਿੰਦੇ ਬਠਿੰਡੇ ਵਾਲਿਆਂ ਦਾ ਮੁੰਡਾ ਚੰਗਾ ਖੇਡਦਾ ਹੈ। ਵਾਕ ਵਿੱਚ ਕਰਮਕ ਕਿਰਿਆ ਹੈ। ਕੀ ਪੁੱਛਿਆ ਗਿਆ? ਕਹਿੰਦੇ ਬਠਿੰਡੇ ਵਾਲਿਆਂ ਦਾ ਮੁੰਡਾ ਚੰਗਾ ਖੇਡਦਾ ਹੈ। ਵਾਕ ਵਿੱਚ ਅਕਰਮਕ ਕਿਰਿਆ ਹੈ। ਅਕਰਮਕ ਕੀ ਹੁੰਦਾ ਹੈ? ਸੌਰੀ, ਅਕਰਮਕ ਕੀ ਹੁੰਦਾ ਬਈ? ਅਕਰਮਕ ਹੁੰਦਾ ਹੈ ਜਿਸ ਦੇ ਵਿੱਚ ਕਰਮ ਨਾ ਪ੍ਰੈਜ਼ੈਂਟ ਹੋਵੇ। ਠੀਕ ਹੈ, ਇਹਦੇ ਵਿੱਚ ਪੁੱਛਿਆ ਗਿਆ ਕਰਮਕ ਕਿਰਿਆ ਕਿਹੜੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੈ? ਕਰਮ ਨਹੀਂ ਹੈਗਾ। ਕਹਿੰਦੇ ਬਠਿੰਡੇ ਵਾਲਿਆਂ ਦਾ ਮੁੰਡਾ, ਇਹ ਕੋਈ ਕਿਰਿਆ ਨਹੀਂ ਹੈ। ਠੀਕ ਹੈ, ਖੇਡਦਾ। ਠੀਕ ਹੈ, ਖੇਡਦਾ ਹੈ ਕੀ ਇੱਕ ਕਿਰਿਆ ਹੈ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਕਹਿੰਦੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ। ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਰੋਗੇ। ਨੈਕਸਟ ਹੈ ਕਹਿੰਦੇ ਕੁੜੀਆਂ ਨੇ ਗਿੱਧਾ ਪਾਇਆ, ਕਿਰਿਆ ਦੀ ਕਿਸਮ ਦੱਸੋ। ਕੁੜੀਆਂ ਨੇ ਗਿੱਧਾ ਪਾਇਆ, ਇਹ ਕੀ ਹੈ ਜੀ? ਇੱਕ ਪੂਰੀ ਕਿਰਿਆ ਹੈ। ਤਾਂ ਇਸ ਦੇ ਵਿੱਚ ਕਰਮ ਵੀ ਹੈ ਤੇ ਕਰਤਾ ਵੀ ਹੈ, ਤਾਂ ਇਹ ਕੀ ਹੋ ਜਾਏਗੀ? ਸਕਰਮਕ ਕਿਰਿਆ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਕੀ ਹੋ ਜਾਏਗੀ? ਸਕਰਮਕ ਕਿਰਿਆ।
ਨੈਕਸਟ ਹੈ ਜੀ, ਇਹ ਰਿਪੀਟਡ ਕੁਐਸਚਨ ਹੈ, ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਿਓਗੇ। ਠੀਕ ਹੈ ਜੀ, ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਹੁੰਦੀ ਹੈ ਕੰਪਲੀਟ। ਹੋਪਫੁਲੀ ਤੁਹਾਨੂੰ ਕੁਐਸਚਨਸ ਤੇ ਤੁਹਾਨੂੰ ਥਿਊਰੀ ਬਹੁਤ ਪਸੰਦ ਆਈ ਹੋਵੇਗੀ। ਸੋ ਥੈਂਕ ਯੂ ਸੋ ਮਚ।